शब्द ज्ञान प्रमाण होए निधान पाए। शब्द ज्ञान परवान हुए निधान पाए। परमार्थ शब्दार्थ प्रवीण है। शब्द ज्ञान परवान हुए निधान पाए। शब्द ज्ञान परवान हुए निधान पाए। परमार्थ शब्दार्थ प्रवीण है। परमार्थ शब्दार्थ प्रवीण है। तत् मिले तत् ज्योति ज्योत के परम जो। तत् मिले तत् ज्योति ज्योत के परम ज्योत। प्रेम रस बस भय जैसे जल मीन है। प्रेम रस बस भय जैसे जल मीन है। तत् मिले तत् ज्योति ज्योत के परम ज्योत। तत् मिले तत् तत् मिले तत् तत् मिले तत् ज्योति ज्योत के परम ज्योत। प्रेम रस बस भय जैसे जल मीन है। हर जुग जुग भगत पाया। पैज रखदा राम राधे। हर नाक सदोष हार मारया। प्रहलाद तराया अहंकारी अनिंद का पिठ दे। मुख लाया जन नानक ऐसा सेवया। जन नानक ऐसा सेवया। श्लोक महला पहला। आपे भांडे साजने आपे पूरन दे। एक नी दूध समाइया एक चुले रैन चढ़े। एक निहाले पैसवने कुप रैन खड़े। तिना सवारे नानका जिनको नदर करे। महला दूजा। आप साजे करे आप जाई भी रखिया। किस जंतु पाएगा दिखे था पुता। किसनु किए नानका सब किछ आपे आ। सब किछ आपे आ। सब किछ आपे आ। थोड़ी बड़ी बड़ाइया। किछ कहना कहन न जाए। सो करता कादर करी। दे जिया रिज़्क संभाए साई कार कमावणी। दूर छोड़ी दिन पाए नानके की बाहरी। और दूजी नाही जाए। सो करे ने रजाए 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 सुध। वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह। वाहिगुरु जी की फतेह। वाहिगुरु जी की फतेह। वाहिगुरु जी का खालसा वाहिगुरु जी की फतेह। पौड़ी बड़े किया वड्याइयां। किछ कहना कहन ना जाए। सो करता कादर करी। दे जिया रिज़्क संभाए साई कार कमावणी। तुर छोड़ी तिने पाए। नानक एक ही बाहरी।
ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੈ ਰਜਾਏ, ਸੋ ਕਰੇ ਜੇ ਤਿਸੈ ਰਜਾਏ। ਸੁਧ ਜੁਗੋ ਜੁਗ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅਪਾਰ ਮਿਹਰਾਂ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ। ਗਰੀਬ ਨਵਾਜ਼ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਅੱਜ ਦਸਮ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ, ਜਿਨ੍ਹਾਂ ਨੇ ਨਾਂਦੇੜ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਖਾਲਸੇ ਪੰਥ ਨੂੰ ਲਗਾ ਕੇ ਅਤੇ ਪੰਜ ਤੱਤਾਂ ਦੇ ਆਪਣੇ ਪਵਿੱਤਰ ਸਰੂਰ ਨੂੰ ਵਾਹਿਗੁਰੂ ਦੀ ਜੋਤ ਵਿੱਚ ਮਿਲਾ ਦਿੱਤਾ। ਕੋਟਾਨ ਕੋਟ ਪ੍ਰਣਾਮ ਹੈ ਉਹਨਾਂ ਨੂੰ। ਸਤਿਗੁਰ ਮਿਹਰ ਕਰਨ ਆਪਣੀ ਦਰਸਾਏ ਮਾਰਗ 'ਤੇ ਸਾਨੂੰ ਸਭ ਨੂੰ ਚੱਲਣ ਦੀ ਸਮੱਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਜਿਉ ਭਾਵੈ ਤਿਉ ਰਾਖ ਲੈ, ਹਮ ਸਰਨ ਪ੍ਰਭ ਆਏ RAM ਰਾਜੇ। ਹਮ ਭੂਲ ਵਿਗਾੜੈ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ। ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਸਤਿਗੁਰ ਪਰਚੈ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦਿਰੜਈਆ। ਅਮਰ ਪਿੰਡ ਭਏ ਸਾਧੂ ਸੰਗ, ਜਨਮ ਮਰਨ ਦੋਊ ਮਿਟ ਗਈਆ। ਸਤਿਗੁਰ ਪਰਚੈ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦਿਰੜਈਆ। ਅਮਰ ਪਿੰਡ ਭਏ ਸਾਧੂ ਸੰਗ, ਜਨਮ ਮਰਨ ਦੋਊ ਮਿਟ ਗਈਆ। ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰਹੁ ਮਧਸੂਦਨ ਮਾਧਵ। ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਰਹਾਉ ਤਜੈ ਗਿਰਸਤ ਭਇਆ ਬਨਵਾਸੀ, ਇਕ ਖਿਨ ਮਨੁਆ ਟਿਕੈ ਨਾ ਟਿਕਈਆ।
ਧਾਵਤ ਧਾਏ ਤਦੇ ਘਰ ਆਵੈ। ਹਰ ਹਰ ਸਾਧੂ ਸਰਨ ਪਵਈਆ। ਤਜਾ ਗਿਰਸਤ ਭਇਆ ਬਨਵਾਸੀ। ਇਕ ਖਿਨ ਮਨੁਆ ਟਿਕੈ ਨਾ ਟਿਕਈਆ। ਧਾਵਤ ਧਾਏ ਤਦੇ ਘਰ ਆਵੈ। ਹਰ ਹਰ ਸਾਧੂ ਸਰਨ ਪਵਈਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ। ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ 'ਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰਾਂ ਦੀ ਸੰਗਤ ਕਰਨ ਦਾ ਸੁਭਾਗ ਸਮਾਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਔਰ ਅੱਜ ਸਰਬੰਸਦਾਨੀ ਧਰਮੀ ਪਿਤਾ ਸ਼ਮਸ਼ੇਰ ਬਹਾਦਰ ਸਤਿਗੁਰਾਂ ਦਾ ਜੋਤੀ ਜੋ ਸਮਾਉਣ ਦਾ ਦਿਹਾੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1708 ਈਸਵੀ ਵਿੱਚ ਅੱਜ ਵਾਲੇ ਦਿਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 2 ਦਿਨ ਪਹਿਲੋਂ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤਾਂ ਨੂੰ ਖਾਲਸੇ ਨੂੰ ਲੜ ਲਾ ਕੇ ਆਪ ਮਹਾਰਾਜ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਗੁਰਤਾ ਗੱਦੀ ਬਖਸ਼ ਕੇ ਫਿਰ ਆਪਣੇ ਜੋਤੀ ਜੋ ਸਮਾਉਣ ਦੇ 5 ਭੂਤਕ ਸਰੀਰ ਤਿਆਗਣ ਦੀ ਤਿਆਰੀ ਕਰਵਾਈ ਸੀ। ਨਾਂਦੇੜ ਵਿਖੇ ਜਿੱਥੇ ਗੁਰਦੁਆਰਾ ਸੱਚਖੰਡ ਹੈ ਉਹ ਥਾਂ 'ਤੇ ਮਹਾਰਾਜ ਜੀ ਨੇ ਆਪ ਚੰਦਨ ਦੀ ਚਿਖਾ ਸੋ ਤਿਆਰ ਕਰਵਾਈ। ਸਿੰਘਾਂ ਨੂੰ ਲਾ ਕੇ ਆਪ ਸੱਚੇ ਪਾਤਸ਼ਾਹ 2 ਦਿਨ ਬਾਅਦ 5 ਭੂਤਕ ਸਰੀਰ ਛੱਡ ਗਏ ਤਿਆਗ ਗਏ। ਤਿਆਰ ਪ੍ਰਤਿਆਰ ਹੋ ਕੇ ਮਹਾਰਾਜ ਚਿਖਾ 'ਤੇ ਚੜ੍ਹੇ ਸਨ। ਸੋ ਐਸੇ ਕੌਤਕ ਕੀਤੇ ਜਿਹੜੇ ਵਰਣਨ ਨਹੀਂ ਹੋ ਸਕਦੇ। ਥੋੜ੍ਹੇ ਸਮੇਂ 42 ਸਾਲ ਦੀ ਉਮਰ ਹੈ, ਕਰੀਬ 42 ਸਾਲ। ਸਾਰਾ ਜੀਵਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਘਰਸ਼ ਭਰਿਆ ਹੈ। ਨਿਡਰਤਾ ਦਲੇਰੀ ਹੌਸਲਿਆਂ ਨਾਲ ਔਰ ਹੱਕ ਸੱਚ ਦੇ ਖਿਲਾਫ ਲੜਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਆਂ ਦੇ ਵਾਸਤੇ ਸਾਰੀ ਜ਼ਿੰਦਗੀ ਬਤੀਤ ਕੀਤੀ ਹੈ। ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਆਪ ਜੀ ਨੇ ਦਿੱਤੀਆਂ ਨੇ। ਫਿਰ ਐਸਾ ਪੰਥ ਸਾਜ ਕੇ ਗਏ ਨੇ ਜਿਹੜਾ ਸੰਤ ਵੀ ਹੈ ਸਮਾਜ ਤੇ ਸਿਪਾਹੀ ਵੀ ਹੈ। ਦੁਨੀਆ 'ਤੇ ਸਦਾ ਹੀ ਜੀ ਦਾ ਪ੍ਰਤਾਪ ਰਹੇਗਾ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੀ ਉਮਰਾ ਹੈ 42 ਕੁ ਸਾਲ ਦੀ ਉਮਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕੁਰਬਾਨੀਆਂ ਕਰਕੇ ਅੱਜ ਵਾਲੇ ਦਿਨ ਮਹਾਰਾਜ ਜੀ ਨੇ 5 ਭੂਤਕ ਸਰੀਰ ਆਪਣਾ ਸੋ ਤਿਆਗ ਦਿੱਤਾ ਸੀ। ਔਰ ਕਿਹਾ ਸੀ ਸਿੱਖੋ ਇਹ ਘਾਟ ਮਹਿਸੂਸ ਨਾ ਕਰਿਓ। ਸਰੀਰ ਸਾਡਾ ਪੰਥ ਵਿੱਚ ਆ। ਸਰੀਰ ਸਾਡਾ ਪੰਥ ਹੈ ਲਿਬਾਸ ਜੋ ਬਾਣਾ ਦਿੱਤਾ ਹੈ ਬਾਣੀ ਦਿੱਤੀ ਹੈ।
ਤਿਆਰ ਪੁਰ ਤਿਆਰ ਖਾਲਸਾ ਹੈ, ਉਹਦੇ ਵਿੱਚੋਂ ਮੇਰੇ ਦਿਦਾਰੇ ਹੋਣਗੇ। ਜੋਤ ਜਿਹੜੀ ਹੈ ਇਹ ਸਾਡੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਆਤਮਾ ਜਿਹੜੀ ਜੋਤ ਹੈ ਗੁਰੂ ਨਾਨਕ ਦੇਵ ਸਾਹਿਬ ਤੋਂ ਕਲਾ ਦੇ ਸਮੇਤ ਜੋ ਵਰਤੀ ਹੈ, ਜੋ ਸਾਡੇ ਤੱਕ ਆਈ ਹੈ, ਉਹ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਵਰਤੇਗੀ, ਇਹਨਾਂ ਵਿੱਚ ਹੋਵੇ। ਸੋ ਐਸੇ ਬਚਨ ਮਹਾਰਾਜ ਜੀ ਨੇ ਕੀਤੇ ਸੀ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਆਤਮਾ ਗ੍ਰੰਥ ਵਿੱਚ। ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਇਹਨਾਂ ਨਾਲ ਹੀ ਸਵੇਰੇ ਸ਼ਾਮ ਮਿਲਣਾ ਹੈ। ਇਹ ਨਿਸ਼ਚਾ ਕਰ ਲਓ। ਅਸੀਂ ਵੀ ਨਿਸ਼ਚੇ ਨਾ ਕਹਿੰਦੇ ਹਾਂ ਤੁਹਾਨੂੰ, ਤੁਸੀਂ ਵੀ ਨਿਸ਼ਚਾ ਕਰ ਲਓ ਕਿ ਨਿਸ਼ਚਾ ਸ਼ਬਦ ਰਿਦਾ ਹੈ ਮੇਰੋ, ਤਿਹ ਸੋ ਮਿਲੀ ਹੈ ਸਾਂਝ ਸਵੇਰੋ। ਨਿਸ਼ਚਾ ਕਰਕੇ ਕਹਿੰਦੇ ਹਾਂ ਤੁਹਾਨੂੰ, ਸ਼ਬਦ ਸਾਡਾ ਹਿਰਦਾ ਹੈ, ਸ਼ਬਦ ਸਾਡੀ ਆਤਮਾ ਹੈ। ਇਹ ਸ਼ਬਦ ਦੇ ਨਾਲ ਹੀ ਤੁਸਾਂ ਨੇ, ਜਿਵੇਂ ਸਾਡੇ ਕੋਲ ਬੈਠਦੇ ਸੀ, ਸਵੇਰੇ ਆਉਂਦੇ ਸੀ, ਸ਼ਾਮ ਨੂੰ ਆਉਂਦੇ ਸੀ, ਕਥਾ ਕੀਰਤਨ ਸੁਣਦੇ ਸੀ, ਕਰਦੇ ਸੀ, ਇਹਨਾਂ ਦੇ ਕੋਲ ਹੀ ਬੈਠਣਾ, ਇਹਨਾਂ ਨਾਲ ਮਿਲਣਾ, ਸਵੇਰੇ ਸ਼ਾਮ ਸੰਗਤ ਕਰਨੀ ਹੈ। ਜਦੋਂ ਟਾਈਮ ਮਿਲੇ ਸਵੇਰੇ ਮਿਲੇ, ਸਵੇਰੇ ਸ਼ਾਮ ਨੂੰ ਕਰ ਲਈ। ਤੇ ਸੋ ਮਿਲੀ ਹੈ ਸਾਂਝ ਸਵੇਰੋ, ਇਹ ਬਚਨ ਕਹੇ ਸਨ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਸਰਬੰਸ ਦਾਨੀ ਸਤਿਗੁਰੂ, ਰਹਿਮਤ ਕਰਨ ਗਰੀਬ ਨਿਵਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਪਾਵਨ ਲੜੀਵਾਰ ਕਥਾ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ, ਸੋਢ ਬਾਂਸੀ ਮਹਾਰਾਜ ਸਾਹਿਬ ਤੋਂ ਐਸੀ ਪ੍ਰਾਰੰਭ ਹੋਈ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸੋਢ ਬਾਂਸੀ ਚੱਲੀ। ਸੋਢੀ ਸੁਲਤਾਨ ਪਾਤਸ਼ਾਹ ਮਹਾਰਾਜ ਜੀ 3 ਅਸ਼ਟਪਦੀਆਂ ਤੋਂ ਬਾਅਦ ਚੌਥੀ ਅਸ਼ਟਪਦੀ ਬਖਸ਼ਿਸ਼ ਕਰ ਰਹੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਕੰਨ ਪਾਟਾ ਜੋਗੀ ਆਇਆ ਹੈ, ਆਰੋਂ ਜਾਉਂਦੇ ਰਹੇ ਨੇ ਜੋਗੀ ਪਰਖ ਕਰਨ ਵਾਸਤੇ ਵੀ ਪਹਿਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵਰਗੀ ਸ਼ਕਤੀ ਭਗਤੀ ਹੈ, ਕਲਾ ਹੈ ਕਿ ਨਹੀਂ। ਸਾਰੇ ਸਤਿਗੁਰਾਂ ਕੋਲ ਆਉਂਦੇ ਰਹੇ ਨੇ ਪਰਖ ਕਰਨ ਵਾਸਤੇ। ਆਪ ਜੀ ਕੋਲ ਵੀ ਆਏ ਸਨ। ਮਹਾਰਾਜ ਜੀ ਨੇ ਬਾਣੀ ਉਚਾਰਨ ਕਰਕੇ ਐਸੇ ਨਿਰੁੱਤਰ ਕੀਤੇ ਸਨ, ਮੱਥਾ ਟੇਕ ਕੇ ਮੁੜਨਾ ਪਿਆ ਸੀ। ਇੱਥੇ ਵੀ ਇਹ ਜੋਗੀ ਇੱਕ ਆਇਆ ਆਪ ਜੀ ਕੋਲ, ਕਹਿਣ ਲੱਗਾ ਮਹਾਰਾਜ ਤੁਸੀਂ ਜੋਗ ਨੂੰ, ਸੰਨਿਆਸ ਨੂੰ ਤਿਆਗ ਦਿੱਤਾ ਹੈ, ਛੱਡ ਦਿੱਤਾ ਹੈ। ਤੁਸੀਂ ਗ੍ਰਸਤ ਨੂੰ ਧਾਰਨ ਕਰਕੇ ਤੇ ਜੋਗ ਨੂੰ ਤੇ ਸੰਨਿਆਸ ਨੂੰ ਤਿਆਗ ਦਿੱਤਾ ਹੈ। ਇਸ ਤਰ੍ਹਾਂ ਨਹੀਂ ਮਨ ਵਸ ਵਿੱਚ ਆਉਂਦਾ ਹੈ। ਜਿੰਨਾ ਚਿਰ ਜੋਗ ਨਾ ਕਮਾਈਏ ਉਹਨਾਂ ਚਿਰ ਮੁਕਤੀ ਨਹੀਂ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੇ ਪਹਿਲਾਂ ਹੀ ਜੋਗ ਕਮਾ ਰਹੇ ਹਾਂ, ਸਾਨੂੰ ਹੋਰ ਕਿਸੇ ਜੋਗ ਦੀ ਲੋੜ ਨਹੀਂ ਹੈ, ਹੋਰ ਕੋਈ ਜੋਗ ਸਾਨੂੰ ਨਹੀਂ ਚਾਹੀਦਾ। ਜੋ ਗੁਰੂ ਸਾਹਿਬ ਸਾਨੂੰ ਜੋਗ ਦੇ ਗਏ ਹਨ, ਸਹਿਜ ਜੋਗ, ਸੋ ਅਸੀਂ ਹੱਠ ਜੋਗ ਦੇ ਧਾਰਨੀ ਨਹੀਂ ਤੁਹਾਡੇ ਵਾਂਗ। ਸਹਿਜ ਜੋਗ ਨਿਧ ਪਾਵੋ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਹਿਜ ਜੋਗ ਦੇ ਗਏ ਨੇ। ਅਸੀਂ ਉਹ ਜੋਗ ਪਹਿਲਾਂ ਹੀ ਧਾਰਨ ਕੀਤਾ ਹੋਇਆ। ਉਹ ਕਹਿੰਦਾ ਮਹਾਰਾਜ ਨਿਸ਼ਾਨੀ ਤੇ ਕੋਈ ਹੈ ਹੀ ਨਹੀਂ, ਨਾ ਤੁਸੀਂ ਮੁੰਦਰਾ ਪਾਈਆਂ, ਨਾ ਤੁਸੀਂ ਭਸਮ ਲਾਈ ਹੈ। ਮੈਂ ਕੰਨ ਪਾੜ ਕੇ ਮੁੰਦਰਾ ਪਾਈਆਂ ਹੋਈਆਂ ਨੇ ਤੇ ਮੈਂ ਸਰੀਰ ਤੇ ਸੁਆਹ ਮਲੀ ਹੋਈ ਹੈ। ਸੰਸਾਰ ਵੱਲੋਂ ਤਿਆਗ ਦੀ ਨਿਸ਼ਾਨੀ ਹੈ, ਉਪਰਾਮ ਹੋਣ ਦੀ ਨਿਸ਼ਾਨੀ ਹੈ। ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਜੋਗ ਧਾਰਨ ਕੀਤਾ ਹੈ, ਨਜ਼ਰ ਤੇ ਕੋਈ ਆਉਂਦਾ ਨਹੀਂ। ਸਤਿਗੁਰਾਂ ਫਿਰ ਉਸ ਵੇਲੇ ਅਸ਼ਟਪਦੀ ਉਚਾਰਨ ਕੀਤੀ ਹੈ। ਮਹਾਰਾਜ ਜੀ ਕਹਿਣ ਲੱਗੇ ਬਿਲਾਵਲ ਮਹੱਲਾ ਚੌਥਾ, ਸਤਿਗੁਰ ਪਰਚਾ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦਿਰੜਈਆ। ਮਹਾਰਾਜ ਜੀ ਕਹਿਣ ਲੱਗੇ ਅਸੀਂ ਸਤਿਗੁਰ ਪਰਚਾ, ਸਤਿਗੁਰੂ ਮਹਾਰਾਜ ਦੇ ਨਾਲ ਜਿਹੜੀ ਪ੍ਰੀਤ ਲਾਈ ਹੈ, ਗੁਰੂ ਦੇ ਚਰਨਾਂ ਨਾਲ ਉਹ ਮਨ ਮੁੰਦਰਾ ਪਾਈ।
ਸਤਿਗੁਰ ਪਰਚਾ, ਸਤਿਗੁਰੂ ਦੇ ਨਾਲ ਜੋ ਪਰਚਾ ਪਾ ਕੇ ਆਪਣੇ ਆਪ ਨੂੰ ਰਚਿਆ ਹੈ ਨਾ, ਪਾ ਕੇ ਰਚੇ ਹੋਏ ਹੈ ਸਤਿਗੁਰੂ ਦੇ ਨਾਲ, ਸਤਿਗੁਰੂ ਦੇ ਸਨਮੁਖ ਹਰ ਵੇਲੇ ਗੁਰੂ ਦਾ ਧਿਆਨ ਹੈ ਹਿਰਦੇ ਵਿੱਚ, ਗੁਰੂ ਭਗਤੀ ਕਰ ਰਹੇ ਹਾਂ। ਸਤਿਗੁਰ ਪਰਚਾ ਮਨ ਮੁੰਦਰਾ ਪਾਈ, ਇਹ ਅਸੀਂ ਆਪਣੇ ਮਨ ਵਿੱਚ ਅੰਤਰੀਵ ਯੋਗ ਧਾਰਨ ਕੀਤਾ, ਮਨ ਵਿੱਚ ਇਹ ਮੁੰਦਰਾ ਪਾਈਆਂ ਨੇ। ਮਨ ਜਿਹੜਾ ਹੈ ਗੁਰੂ ਨਾਲ ਪਰਚਿਆ ਰਵੇ ਤਾਂ ਹੀ ਟਿਕਿਆ ਰਹਿੰਦਾ ਹੈ, ਗੁਰੂ ਦਾ ਧਿਆਨ ਆਉਂਦਾ ਰਵੇ ਤਾਂ ਹੀ ਇਹ ਟਿਕਦਾ ਸ਼ਾਂਤ ਹੁੰਦਾ ਹੈ, ਗੁਰੂ ਦੇ ਸ਼ਬਦ ਨਾਲ ਜੁੜਿਆ ਰਵੇ ਤਾਂ ਹੀ ਸ਼ਾਂਤ ਹੁੰਦਾ ਹੈ, ਨਹੀਂ ਤੇ ਭਟਕਣਾ ਵਿੱਚ ਹੀ ਰਹਿੰਦਾ ਹੈ। ਕਦੇ ਕੋਈ ਸੰਕਲਪ, ਕਦੇ ਕੋਈ ਵਿਕਲਪ, ਚੰਗੇ ਮਾੜੇ ਫੁਰਨੇ ਉਠਾਉਂਦਾ ਹੀ ਰਹਿੰਦਾ ਹੈ, ਟਿਕ ਕੇ ਨਹੀਂ ਬਹਿੰਦਾ ਹੈ। ਔਰ ਮਹਾਰਾਜ ਜੀ ਕਹਿੰਦੇ ਸੀ ਇਹਦੇ ਸੰਕਲਪਾਂ ਵਿਕਲਪਾਂ ਰੂਪੀ, ਜਿਵੇਂ ਕੰਨਾਂ ਨੂੰ ਚੀਰ ਕੇ ਪਾੜ ਕੇ ਮੁੰਦਰਾ ਪਾਈ ਦੀ ਹੈ ਨਾ, ਤੁਸੀਂ ਪਾਉਂਦੇ ਹੋ, ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ, ਗੁਰੂ ਦੇ ਨਾਲ ਜੋ ਧਿਆਨ ਗੁਰੂ ਦਾ ਲਾਉਣਾ ਹੈ, ਪਰਚਾ ਪਾਇਆ ਹੈ, ਇਹ ਸੰਕਲਪਾਂ ਵਿਕਲਪਾਂ ਰੂਪੀ ਕੰਨਾਂ ਨੂੰ ਚੀਰ ਕੇ ਇਹੋ ਹੀ ਮੁੰਦਰਾ ਪਾਈ ਹੈ। ਪੰਚਮ ਪਾਤਸ਼ਾਹ ਜੀ ਨੇ ਕਿਹਾ ਸੀ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਸਤਿਗੁਰ ਪਰਚਾ ਮਨ ਮੁੰਦਰਾ ਪਾਈ, ਇਹ ਅਸੀਂ ਮੁੰਦਰਾ ਪਾਈਆਂ ਨੇ ਮਹਾਰਾਜ ਜੀ। ਔਰ ਗੁਰ ਕਾ ਸ਼ਬਦ ਤਨ ਭਸਮ ਦਿਰੜਈਆ, ਗੁਰੂ ਮਹਾਰਾਜ ਦਾ ਸ਼ਬਦ ਹੈ, ਜੋ ਉਪਦੇਸ਼ ਹੈ, ਜੋ ਬਾਣੀ ਹੈ, ਇਹਦਾ ਜਿਹੜਾ ਅਸੀਂ ਅਭਿਆਸ ਕੀਤਾ, ਹਰ ਵੇਲੇ ਦ੍ਰਿੜ ਕੀਤਾ ਹੈ, ਪਰਪੱਕ ਕੀਤਾ ਹੈ, ਦਿਰੜਈਆ, ਹਰ ਵੇਲੇ ਬਾਣੀ ਉਚਾਰਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ 30 ਰਾਗਾਂ ਵਿੱਚ ਬਾਣੀ ਉਚਾਰੀ ਹੈ, 30 ਰਾਗਾਂ ਵਿੱਚ। ਉਹ ਰਾਗ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਰਤੇ ਨੇ, ਗਾਏ ਹਨ ਬਾਣੀ ਵਿੱਚ। ਗੁਰ ਕਾ ਸ਼ਬਦ ਤਨ ਭਸਮ ਦਿਰੜਈਆ, ਮਹਾਰਾਜ ਜੀ ਕਹਿਣ ਲੱਗੇ ਸੀ ਗੁਰੂ ਦਾ ਸ਼ਬਦ ਜੋ ਪੱਲੇ ਬੰਨਿਆ ਹੈ, ਗੁਰੂ ਦੇ ਸ਼ਬਦ ਇਹ ਹੀ ਸਰੀਰ ਦੇ ਉੱਪਰ ਤਨ, ਸਰੀਰ ਦੇ ਉੱਪਰ ਭਸਮ ਸੁਆਹ ਜਿਹੜੀ ਲਾਈ ਹੈ, ਦ੍ਰਿੜ ਕਰਨਾ, ਇਹ ਸੁਆਹ ਮਲੀ, ਇਹ ਵਿਭੂਤੀ ਮਲੀ ਹੈ। ਸੁਆਹ ਤੋਂ ਭਾਵ ਉਪਰਾਮ ਦੀ ਨਿਸ਼ਾਨੀ ਹੁੰਦੀ ਸੀ। ਗੁਰੂ ਦਾ ਸ਼ਬਦ ਹੀ ਬੈਰਾਗ ਦਿੰਦਾ ਹੈ, ਅੰਦਰਲਾ ਬੈਰਾਗ, ਸੰਸਾਰ ਵੱਲੋਂ ਪ੍ਰਾਮਤਾ, ਸੱਚਾ ਪ੍ਰੇਮ ਵਾਹਿਗੁਰੂ ਦੇ ਨਾਲ, ਇੱਕ ਅਕਾਲ ਪੁਰਖ ਦੇ ਨਾਲ ਜੋ ਸਦਾ ਕਾਇਮ ਹੈ, ਅਬਿਨਾਸ਼ੀ ਹੈ, ਉਹਦੇ ਨਾਲ ਗੁਰੂ ਦਾ ਸ਼ਬਦ ਜਿੰਨਾ ਕੋਈ ਅਭਿਆਸ ਕਰਦਾ ਹੈ ਸਿੱਖ, ਜਿੰਨੀ ਬਾਣੀ ਪੜ੍ਹਦਾ ਹੈ, ਜਿੰਨਾ ਵੱਡਾ ਨਿਤਨੇਮ, ਉਹਨਾਂ ਇੱਕ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ ਅਤੇ ਸੰਸਾਰ ਵੱਲੋਂ ਬੈਰਾਗ ਪੈਦਾ ਹੁੰਦਾ ਹੈ, ਮਨ ਉਪਰਾਮ ਹੁੰਦਾ ਹੈ, ਮਨ ਨਿਰਲੇਪ ਹੁੰਦਾ ਹੈ। ਇਹ ਜੁਗਤ ਮਹਾਰਾਜ ਜੀ ਨੇ ਸਿਖਾਈ ਹੈ, ਤਨ ਕਰਕੇ ਨਹੀਂ, ਮਨ ਕਰਕੇ ਕਮਾਈ ਕਰਨੀ, ਤਨ ਕਰਕੇ ਸੰਸਾਰ ਦੇ ਵਿੱਚ ਵਿਚਰਨਾ, ਵਿਹਾਰ ਕਰਨੇ ਨੇ, ਕਾਰੋਬਾਰ ਕਰਨੇ ਹਨ। ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ, ਜੋਗੀ ਇਹ ਜੋਗ ਅਸੀਂ ਕਮਾ ਰਹੇ ਹਾਂ। ਸਤਿਗੁਰ ਪਰਚਾ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦਿਰੜਈਆ, ਇਹ ਹੈ ਨਿਸ਼ਾਨੀਆਂ ਦੱਸਿਆ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਔਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਇਹੋ ਹੀ ਕਿਹਾ ਸੀ ਕਿ ਅਸੀਂ ਵੀ ਯੋਗ ਧਾਰਨ ਕੀਤਾ। ਜਦੋਂ ਸਿੱਧਾਂ ਨਾਲ ਚਰਚਾ ਹੋਈ ਸੀ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ ਜਗ ਜੀਤ, ਆਦੇਸ ਤਿਸੈ ਆਦੇਸ, ਆਦ ਨੀਲ ਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹ ਅਸੀਂ ਯੋਗ ਧਾਰਨ ਕਰ ਰਹੇ ਹਾਂ। ਪੌੜੀਆਂ ਉਚਾਰੀਆਂ ਸੀ ਜਪਜੀ ਸਾਹਿਬ, ਮਹਾਰਾਜ ਜੀ ਨੇ ਉਸੇ ਤਰ੍ਹਾਂ ਅੰਤਰੀਵ ਯੋਗ ਦਾ ਬਿਆਨ ਕੀਤਾ ਹੈ ਕਿ ਜੋਗੀ ਦੇ ਕੋਲ ਅਮਰ ਪਿੰਡ ਭਏ ਸਾਧੂ ਸੰਗ, ਜਨਮ ਮਰਨ ਦੋਉ ਮਿਟ ਗਈਆ। ਤੇ ਜੋਗੀ ਜਿਹੜੇ ਲੋਕ ਹੁੰਦੇ ਨੇ ਉਹ 10ਮ ਦੁਆਰ ਵਿੱਚ ਪ੍ਰਾਮ ਹੋ ਕੇ ਯੋਗ ਦੇ ਚਿੰਨ੍ਹ ਧਾਰਨ ਕਰਕੇ ਤੇ 10ਮ ਦੁਆਰ ਵਿੱਚ ਧਿਆਨ ਲਾਉਣਾ ਸਿੱਖ ਲੈਂਦੇ ਨੇ। 10ਮ ਦੁਆਰ ਵਿੱਚ ਸਵਾਸਾਂ ਨੂੰ ਚੜ੍ਹਾ ਕੇ ਬੈਠੇ ਰਹਿੰਦੇ ਨੇ। ਉਮਰ ਲੰਬੀ ਹੋ ਜਾਂਦੀ, ਫਿਰ ਕਈ 100 ਸਾਲ ਨਹੀਂ ਮਰਦੇ ਸਨ।
ਜੋਗੀ। ਸੈਂਕੜੇ ਵਰੇ ਇਹਨਾਂ ਦੀ ਉਮਰ ਸੀ, ਲੰਬੀਆਂ ਉਮਰਾਂ ਸੀ। ਪ੍ਰਾਣਾਯਾਮ ਕਰ ਲੈਂਦੇ ਨੇ ਜੋਗੀ ਲੋਕ। ਫਿਰ ਕਹਿੰਦੇ ਸੀ ਜੇ ਸਾਡੇ ਮੱਤ ਵਿੱਚ ਆਓਗੇ ਮਰੋਗੇ ਨਹੀਂ, ਲੰਬੀ ਉਮਰ ਹੋ ਜਾਵੇਗੀ। ਪ੍ਰਾਣਾਯਾਮ ਸਿਖਾਵਾਂਗੇ ਅਸੀਂ। ਭਰਤਰੀ ਜੀ ਦੀ ਵੀ 1500 ਸਾਲ ਦੀ ਉਮਰ ਸੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲਿਆ ਸੀ। ਸੋ ਮਹਾਰਾਜ ਕਹਿਣ ਲੱਗਾ ਲੰਮੀ ਉਮਰ ਹੋ ਜਾਂਦੀ। ਸੱਚੇ ਪਾਤਸ਼ਾਹ ਕਹਿਣ ਲੱਗੇ ਅਮਰ ਪਿੰਡ ਭਏ ਸਾਧੂ ਸੰਗ, ਜਨਮ ਮਰਨ ਦੋਊ ਮਿਟ ਗਈਆ। ਅਸੀਂ ਸਦਾ ਲਈ ਕਾਇਮ ਹੈ, ਅਸੀਂ ਅਬਿਨਾਸ਼ੀ ਵਾਹਿਗੁਰੂ ਦਾ ਸਰੂਪ ਹੋ ਗਏ ਹਾਂ। ਤੁਹਾਡਾ ਤੇ ਸਰੀਰ ਸੈਂਕੜੇ ਵਰੇ ਰਹਿੰਦਾ ਹੈ, ਫਿਰ ਮੌਤ ਤੇ ਆਉਂਦੀ ਆ ਨਾ। ਫਿਰ ਵੀ ਮਨ ਨਿਰਮਲ ਨਹੀਂ ਹੁੰਦਾ। 10ਵੇਂ ਦੁਆਰ ਵਿੱਚ ਜਾ ਕੇ ਪਤਾ ਨਹੀਂ ਕਿਹੜੀ ਜੂਨੀ ਵਿੱਚ ਪੈਣਾ ਪਵੇਗਾ ਜੇ ਉਸ ਵੇਲੇ ਰੰਗ ਤਮਾਸ਼ੇ ਵੇਖਦਾ ਹੋਇਆ ਸੰਸਾਰ ਦੇ। ਮਨ ਨਿਰਮਲ ਨਹੀਂ। 10ਵੇਂ ਦੁਆਰ ਭ੍ਰਮ ਆਵੈ ਮੂੜਾ ਵਾਰੋ ਵਾਰ। ਅਮਰ ਪਿੰਡ ਭਏ ਸਾਧੂ ਸੰਗ। ਇਹ ਯੋਗ ਜਿਹੜਾ ਸਤਿਗੁਰੂ ਦੀ ਕਿਰਪਾ ਨਾਲ ਸਹਿਜ ਯੋਗ ਕਮਾ ਰਹੇ ਹਾਂ ਅਸੀਂ। ਸਾਡਾ ਜਿਹੜਾ ਯੋਗ ਹੈ ਸਹਿਜ ਯੋਗ ਹੈ, ਭਗਤੀ ਸਹਿਤ ਗਿਆਨ। ਅਮਰ ਪਿੰਡ ਭਏ ਸਾਧੂ ਸੰਗ। ਮਹਾਰਾਜ ਕਹਿੰਦੇ ਪਿੰਡ ਜਿਹੜਾ ਨਾ ਸਰੀਰ, ਪਿੰਡ ਹੁੰਦਾ ਸਰੀਰ। ਇੱਕ ਤੇ ਇਹ ਸਰੀਰ ਸਾਨੂੰ ਮਿਲਿਆ ਪੰਜ ਭੂਤਕ ਸਰੀਰ, ਜਿਹਨੂੰ ਕਿਹਾ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇਹ ਸਰੀਰ ਹੈ ਪਿੰਡ। ਪੇੜੇ ਤੋਂ ਇਹਦਾ ਪਿੰਡ ਨਾਮ ਬਣਿਆ। ਪਿੰਡ ਹੁੰਦਾ ਪੇੜਾ ਛੋਟਾ ਜਿਹਾ। ਜਦੋਂ ਬਣਨਾ ਸ਼ੁਰੂ ਹੁੰਦਾ ਪਹਿਲਾਂ ਛੋਟਾ ਜਿਹਾ, ਮਾਤਾ ਪਿਤਾ ਦੇ ਸੰਯੋਗ ਤੋਂ, ਰਕਤ ਬਿੰਦ ਤੋਂ ਦੋਵੇਂ ਤੱਤ ਮਿਲ ਕੇ ਫਿਰ ਇਹ ਪਿੰਡ ਪੇੜਾ ਜਿਹਾ ਬਣਦਾ ਹੈ। ਉਹ ਤੋਂ ਪਿੰਡ ਨਾਮ ਪਿਆ ਹੈ, ਜਿਵੇਂ ਆਟੇ ਦਾ ਪੇੜਾ ਜਿਹਾ ਹੁੰਦਾ ਹੈ। ਅਮਰ ਪਿੰਡ ਭਏ ਸਾਧੂ ਸੰਗ। ਮਹਾਰਾਜ ਕਹਿੰਦੇ ਸਾਡਾ ਸਰੀਰ ਜਿਹੜਾ ਨਾ, ਇਹ ਸਰੀਰ ਦਾ ਸਾਨੂੰ ਕੋਈ ਮੋਹ ਨਹੀਂ। ਇਹ ਤੇ ਛੁੱਟਣਾ ਹੈ, ਮੁਨਿਆਦੀ ਹੈ। ਪਰ ਜਿਹੜਾ ਸਤਿਗੁਰੂ ਦੇ ਨਾਲ ਸੰਗਤ ਕਰਕੇ, ਸਤਿਗੁਰੂ ਦੀ ਇਹ ਸਹਿਜ ਯੋਗ ਨੂੰ ਪਾ ਕੇ, ਸਾਧੂ ਸੰਗ, ਸਤਿਗੁਰੂ ਦੀ ਸੰਗਤ ਪਾ ਕੇ ਅਸੀਂ ਅਮਰ ਪਿੰਡ ਪਏ। ਇਹਦੇ ਅੰਦਰ ਜਿਹੜਾ ਸਰੀਰ ਹੈ ਸੂਖਸ਼ਮ ਸਰੀਰ ਹੈ, ਮਨ ਬੁੱਧ ਚਿੱਤ ਅਹੰਕਾਰ ਹਿਰਦਾ ਹੈ। 17 ਤੱਤਾਂ ਦਾ ਸਰੀਰ ਹੈ। ਸੂਖਸ਼ਮ ਸਰੀਰ ਹੈ ਨਾ ਜਿਹੜਾ, ਅਮਰ ਆਨੰਦ ਸਰੂਪ ਹੈ। ਉਹ ਆਤਮਾ ਦਾ ਆਨੰਦ, ਆਤਮਾ ਦਾ ਗਿਆਨ। ਉਹ ਅਖੰਡ ਚੇਤਨ ਦੇ ਜਿਹੜੀ ਹੈ, ਅਖੰਡ ਹੈ, ਜਿਹੜੀ ਨਾਸ ਨਹੀਂ ਹੁੰਦੀ ਆਤਮਾ। ਤਤ ਵਸਤੂ ਐਸੀ ਆਤਮਾ ਹੈ, ਅਬਿਨਾਸ਼ੀ ਹੈ। ਅਖੰਡ ਚੇਤਨ ਜਿਹੜੀ ਦੇਹ ਹੈ, ਚੇਤਨ ਹੈ, ਸੁਚੇਤ ਹੈ ਹਮੇਸ਼ਾ। ਕਿਰਿਆ ਜਿਹਦੇ ਕਰਕੇ ਸਾਰੀ ਹੋ ਰਹੀ, ਜਿਸ ਜੋਤ ਕਰਕੇ। ਉਹ ਜਿਹੜਾ ਸੂਖਸ਼ਮ ਜੋਤ, ਸੂਖਸ਼ਮ ਸਰੀਰ ਹੈ। ਅਮਰ ਪਿੰਡ ਭਏ ਸਾਧੂ ਸੰਗ। ਸਤਿਗੁਰਾਂ ਦੀ ਸੰਗਤ ਕਰਕੇ ਅਸੀਂ ਅਮਰ ਹੋ ਗਏ, ਮਰਨ ਤੋਂ ਰਹਿਤ ਹੋ ਗਏ। ਉਹਦੇ ਗਿਆਨ ਹੋ ਗਿਆ, ਆਤਮਾ ਦਾ ਗਿਆਨ। ਹੁਣ ਅਖੰਡ ਚੇਤਨ ਦੇ ਜਿਹੜੀ ਸਦਾ ਕਾਇਮ ਹੈ। ਸਦਾ ਹੀ ਗੁਰੂ ਰਾਮਦਾਸ ਮਹਾਰਾਜ, ਜਿੰਨੀ ਕੋਈ ਸ਼ਰਧਾ ਕਰ ਲਵੇ, ਅੱਜ ਵੀ ਜਿੰਨੀ ਕੋਈ ਸ਼ਰਧਾ ਨਾਲ ਆਪ ਜੀ ਦੇ ਸਥਾਨ ਤੇ ਜਾਂਦਾ ਨਿਵਦਾ, ਉਹਨੇ ਝੋਲੀਆਂ ਭਰਦੇ ਨੇ ਮਹਾਰਾਜ। ਮਨਾਵੇ ਤੇ ਸਹੀ ਗੁਰੂ ਰਾਮਦਾਸ ਜੀ ਨੂੰ ਅੱਜ ਵੀ ਕੋਈ ਸਿੱਖ। ਬੇਅੰਤ ਸਿੱਖਾਂ ਦੀਆਂ ਝੋਲੀਆਂ ਮਹਾਰਾਜ ਭਰ ਰਹੇ ਨੇ, ਧੰਨ ਗੁਰੂ ਰਾਮਦਾਸ ਜੀ। ਸੋ ਮਹਾਰਾਜ ਕਹਿਣ ਲੱਗੇ ਅਸੀਂ ਅਮਰ ਅਖੰਡ ਚੇਤਨ ਦੇਹ ਦੇ ਗਿਆਨਵਾਨ, ਉਹਦੇ ਨਾਲ ਇੱਕਮਿਕ ਹੋ ਗਏ। ਅਮਰ ਪਿੰਡ ਭਏ ਸਾਧੂ ਸੰਗ। ਸਤਿਗੁਰਾਂ ਦੀ ਸੰਗਤ ਕਰਕੇ ਤੁਸੀਂ ਤੇ ਫਿਰ ਵੀ ਉਮਰਾਂ ਭੋ ਕੇ ਸਰੀਰ ਸੈਂਕੜੇ ਵਰੇ ਭੋ ਕੇ ਵੀ ਤੇ ਜਾਣੇ ਹੋ, ਅਸੀਂ ਜਾਣਾ ਹੀ ਨਹੀਂ, ਅਸੀਂ ਅਮਰ ਹੋ ਗਏ ਹਾਂ। ਜਨਮ ਮਰਨ ਦੋਊ ਮਿਟ ਗਈ ਆ। ਜੰਮਣ ਮਰਨਾ ਦੋਵੇਂ ਹੀ। ਸੋ ਵੱਡੇ ਦੁੱਖ ਜਿਹੜੇ ਨੇ ਜਨਮ ਮਰਨ ਵਿੱਚ, ਸਭ ਵਿੱਚ ਦੁੱਖ ਸਬਾਇਆ ਹੈ। ਸਾਰੇ ਦੁੱਖ ਨੇ। ਦੋਊ ਮਿਟ ਗਈ ਹੈ, ਦੋਵੇਂ ਹੀ ਮਿਟ ਗਏ ਨੇ ਸਾਡੇ, ਦੋਵੇਂ ਹੀ ਮਿਟ ਗਏ ਨੇ। ਨਾ ਜੰਮਣ ਨਾ ਮਰਨ। ਜਿਉਂਦੇ ਜੀ ਆਤਮਾ ਦੇ ਆਨੰਦ ਵਿੱਚ ਜੀ ਰਹੇ ਹਾਂ। ਮੁਕਤ ਕੋ ਹੋਰ ਹੈ, ਜੀਵਨ ਮੁਕਤ ਅਵਸਥਾ ਨੂੰ ਮਾਣਿਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਖਸ਼ੇ ਸਹਿਜ ਯੋਗ ਦੁਆਰਾ ਅਸੀਂ ਇਹ ਯੋਗੀ ਹਾਂ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ
ਮੇਰੇ ਮਨ ਸਾਧ ਸੰਗਤ ਮਿਲ ਰਹੀ ਆ। ਇਹ ਜੋਗ ਪ੍ਰਾਪਤ ਹੁੰਦਾ ਕਿਵੇਂ ਹੈ? ਜੋਗ ਦਾ ਅਰਥ ਅਸਲ ਭਾਵ ਆ ਜੁੜਨਾ ਅਕਾਲ ਪੁਰਖ ਦੇ ਨਾਲ, ਪੂਰੀ ਮਨ ਦੀ ਇਕਾਗਰਤਾ ਬਣਨੀ, ਇੱਕ ਮਿਕ ਹੋ ਜਾਣਾ, ਲੀਨ ਹੋ ਜਾਣਾ। ਜੋਗ ਤੋਂ ਭਾਵ ਜੁੜਨਾ ਹੈ। ਇਹ ਜੋਗ ਨਹੀਂ ਵੀ ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ। ਇਹ ਤਾਂ ਕਰਮਾਂ ਦੀ ਮਾਰ ਪਈ, ਉਹ ਜੋਗ ਨਹੀਂ ਹੈ। ਸੋ ਡੰਡਾ ਫੜ ਲੈਣਾ, ਕਮੰਡਲ ਚੱਕ ਲੈਣਾ, ਹੋਰ ਬਸਤਰਾਂ ਦਾ ਕਈ ਤਰ੍ਹਾਂ ਦਾ ਭਾਰ ਮੋਢਿਆਂ ਤੇ ਪਾ ਲੈਣਾ, ਜੋਗੀ ਬਣ ਜਾਣਾ, ਇਹ ਤੇ ਕਰਮਾਂ ਦੀ ਮਾਰ ਆ। ਜੋਗ ਦਾ ਚਿੱਤ ਬਿਰਤੀ ਨਿਰੋਧਾ ਸਾ ਜੋਗਾ। ਪਤੰਜਲੀ ਨੇ ਇਹੋ ਹੀ ਕਿਹਾ ਹੈ ਕਿ ਜਿਹੜਾ ਚਿੱਤ ਦੀਆਂ ਬਿਰਤੀਆਂ ਨੂੰ ਨਿਰੋਧਾ ਰੋਕਣਾ ਹੈ, ਇੱਕ ਰਸ ਮਨ ਨੂੰ ਜਿਹੜਾ ਹੈ ਬਾਹਰ ਜਾਂਦੇ ਹੋਏ ਨੂੰ ਰੋਕ ਕੇ ਅੰਤਰਮੁਖ ਕਰਨਾ ਹੈ, ਆਪਣੇ ਸਵੈ ਸਰੂਪ ਦੇ ਧਿਆਨ ਵਿੱਚ ਲਾਉਣਾ ਹੈ, ਸਮਾਧੀ ਵਿੱਚ ਜੋੜਨਾ ਹੈ। ਸਾ ਜੋਗਾ, ਇਹ ਹੀ ਯੋਗ, ਅਸਲ ਯੋਗ ਉਹੀ ਹੈ। ਯੋਗ ਤੋਂ ਭਾਵ ਜੁੜਨਾ। ਮਹਾਰਾਜ ਜੀ ਕਹਿਣ ਲੱਗੇ ਇਹ ਜੋੜਿਆ ਹੈ ਵਾਹਿਗੁਰੂ ਦੇ ਨਾਮ ਨਾਲ, ਚਿੱਤ ਬਿਰਤੀ ਇਕਾਗਰ ਹੁੰਦੀ ਹੈ। ਇਹ ਯੋਗ ਨੂੰ ਕਿਵੇਂ ਹਾਸਲ ਕਰੀਦਾ, ਇਹ ਜੋਗੀ ਬਣੀਦਾ ਕਿਵੇਂ? ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾ ਮੰਤਰ ਗੁਰ, ਸੋ ਸੰਤਾਂ ਧੂੜ ਵਿਭੂਤ ਸੋ ਲਾਸੀ। ਭਾਈ ਗੁਰਦਾਸ ਸਾਹਿਬ ਜੀ ਨੇ ਬਿਆਨ ਕੀਤਾ, ਗੁਰਮੁਖਾਂ ਨੂੰ ਮਹਾਰਾਜ ਨੇ ਸਹਿਯੋਗ ਦਿੱਤਾ ਹੈ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰੂ ਦੇ ਗਿਆਨ ਨੂੰ ਲੈ ਕੇ ਮੇਰੇ ਮਨ ਸਾਧ ਸੰਗਤ ਮਿਲ ਰਹੀ ਆ। ਮਹਾਰਾਜ ਜੀ ਕਹਿੰਦੇ ਮਨ ਕਰਕੇ ਜਿਹੜੇ ਸਾਧ ਸੰਗਤ ਵਿੱਚ ਮਿਲ ਕੇ ਰਹੀ ਆ ਰਹਿੰਦੇ ਨੇ, ਮਿਲ ਕੇ ਰਹਿਣਾ ਕੀਤਾ ਜਿਨ੍ਹਾਂ ਨੇ ਸਾਧ ਸੰਗਤ ਦਾ ਪੱਲਾ ਨਹੀਂ ਛੱਡਦੇ ਆ। ਇਹ ਜਿਹਨੂੰ ਵੀ ਪ੍ਰਾਪਤੀ ਹੋਈ ਸਾਧ ਸੰਗਤ ਦੁਆਰਾ ਹੋਈ। ਸਾਧ ਸੰਗਤ ਤੋਂ ਬਿਨਾਂ ਹਉਮੈ ਦਾ ਨਾਸ ਨਹੀਂ ਹੁੰਦਾ ਹੈ, ਸੱਚਾ ਪ੍ਰੇਮ ਪੈਦਾ ਨਹੀਂ ਹੁੰਦਾ। ਭਾਵ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾਂ ਗਿਆਨ ਨਹੀਂ ਹੈ, ਗਿਆਨ ਤੋਂ ਬਿਨਾਂ ਜਨਮ ਮਰਨ ਨਹੀਂ ਕੱਟਿਆ ਜਾਂਦਾ, ਚਰਾਤਮਾ ਦਾ ਗਿਆਨ ਨਹੀਂ ਹੁੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਮੇਰੇ ਮਨ ਸਾਧ ਸੰਗਤ ਮਿਲ ਰਹੀ ਹੈ। ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰਾ ਭਾਗ ਬੈਰਾਗ। ਜਿਸ ਕਿਸੇ ਨੇ ਵੀ ਪਾਇਆ ਸਾਧ ਸੰਗਤ ਦੇ ਰਾਹੀਂ ਪਾਇਆ ਹੈ, ਪਰ ਜਿਨ੍ਹਾਂ ਦੇ ਭਾਗ ਪੂਰੇ ਹੁੰਦੇ ਨੇ, ਜਾਗ ਪੈਂਦੇ ਨੇ, ਸੋਹਣੇ ਲੇਖ ਮੱਥੇ ਤੇ ਪਏ ਹੁੰਦੇ ਨੇ, ਉਹਨਾਂ ਨੂੰ ਸਾਧ ਸੰਗਤ ਦੇ ਨਾਲ ਪ੍ਰੀਤ ਬਣਦੀ ਹੈ, ਉਹਨਾਂ ਨੂੰ ਪ੍ਰਾਪਤੀ ਹੋਈ ਹੈ ਸਾਧ ਸੰਗਤ ਰਾਹੀਂ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਓ, ਪੈਜ ਰਾਖੋ ਰਾਜਾ ਰਾਮ ਮੇਰੀ। ਸਾਧ ਸੰਗਤ ਤੋਂ ਬਿਨਾ ਸੱਚਾ ਪ੍ਰੇਮ ਨਹੀਂ ਪੈਦਾ ਹੁੰਦਾ ਹੈ, ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੁੰਦੀ, ਭਗਤੀ ਤੋਂ ਬਿਨਾ ਗਿਆਨ ਨਹੀਂ ਹੈ, ਗਿਆਨ ਤੋਂ ਬਿਨਾ ਆਪਣੇ ਆਤਮਾ ਦੇ ਗਿਆਨ ਤੋਂ ਬਿਨਾ ਮੁਕਤ ਨਹੀਂ ਪ੍ਰਾਪਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਮਨ ਸਾਧ ਸੰਗਤ ਮਿਲ ਰਹੀ ਆ। ਇਹ ਕਿਹਨਾਂ ਨੂੰ ਪ੍ਰਾਪਤੀ? ਸਹਿਜ ਜੋਗ, ਸੁਤੇ ਸਹਿਦੀ ਜੁੜਨ ਦੀ ਅਵਸਥਾ, ਮਨ ਦਾ ਟਿਕਾ, ਆਤਮਾ ਦਾ ਗਿਆਨ। ਇਹ ਉਹਨਾਂ ਨੂੰ ਹੈ ਮਨਾ ਜਿਹੜੇ ਸਾਧ ਸੰਗਤ ਵਿੱਚ ਮਿਲ ਕੇ ਰਹੀਆਂ ਨੇ ਰੂਹਾਂ, ਜਿਹੜੀਆਂ ਸਾਧ ਸੰਗਤ ਦਾ ਪੱਲਾ ਨਹੀਂ ਛੱਡਦੀਆਂ, ਸਾਧ ਸੰਗਤ ਕਰਨ ਦਾ ਆਦੀ ਹੋ ਜਾਂਦੀਆਂ ਨੇ। ਜਿੱਥੇ ਕੀਰਤਨ ਕਥਾ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ, ਉੱਥੇ ਦੌੜ ਦੌੜ ਕੇ ਜਾਂਦੀਆਂ ਨੇ, ਪ੍ਰੇਮ ਪੈਦਾ ਹੋ ਗਿਆ ਹੈ। ਸਾਧ ਸੰਗਤ ਮਿਲ ਰਹੀ ਆ। ਕਿਰਪਾ ਕਰੋ ਮਧੂਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਮਹਾਰਾਜ ਜੀ ਕਹਿੰਦੇ ਤਾਂ ਬਖਸ਼ਿਸ਼ ਹੁੰਦੀ। ਰਹਾਉ, ਰਹਾਉ ਵਾਲੀ ਤੁਕ ਹੈ, ਸਿਧਾਂਤ ਦਿੱਤਾ ਹੈ। ਸੋ ਖੰਡਨ ਕਰਕੇ ਸਾਧ ਸੰਗਤ ਜੀ ਹਠ ਯੋਗ ਦਾ, ਬਾਹਰੀ ਯੋਗ ਦਾ ਖੰਡਨ ਕਰਕੇ ਰਹਾਉ ਵਾਲੀ ਤੁਕ ਵਿੱਚ ਆਪਣਾ ਸਿਧਾਂਤ ਦੱਸਿਆ ਮਹਾਰਾਜ ਨੇ ਸਾਰੀ ਅਸ਼ਟਪਦੀ ਦੇ। ਭਾਵ ਕਿਰਪਾ ਕਰੋ ਮਧੂਸੂਦਨ ਮਾਧੋ, ਹੇ ਨਾਲ ਅਰਦਾਸਾਂ ਬੇਨਤੀਆਂ। ਮਧੂਸੂਦਨ ਮਹਾਰਾਜ ਸੱਚੇ ਪਾਤਸ਼ਾਹ ਦੈਂਤ ਨੂੰ ਕੱਟ ਦੇਣ ਵਾਲੇ ਭਗਵਾਨ ਵਾਹਿਗੁਰੂ, ਮਾਧੋ ਮਾਇਆ ਦੇ ਪਤੀ,
ਕਿਰਪਾ ਕਰੋ। ਹੰਕਾਰ ਆਦਿਕ ਦੈਂਤ ਨੂੰ ਕੱਟ ਦੇਣ ਵਾਲੇ ਹੋ ਤੁਸੀਂ। ਹਉਮੈ ਆਦਿਕ ਨੂੰ ਅੰਦਰੋਂ ਮਹਾਰਾਜ ਕੱਢ ਦੇਣ ਵਾਲੇ ਹੋ, ਜਿੱਥੇ ਤੁਹਾਡਾ ਨਾਮ ਆ ਜਾਂਦਾ ਹੈ। ਹੇ ਮਾਧੋ ਮਾਲਕ ਕਿਰਪਾ ਕਰੋ, ਸਾਡੇ ਤੇ ਕਿਰਪਾ ਕਰਨੀ ਕਰੋ, ਆਪਣੀ ਮਿਹਰ ਕਰੋ। ਸੱਚੇ ਪਾਤਸ਼ਾਹ ਜਾ ਕੋ ਭਏ ਕਿਰਪਾਲ ਪ੍ਰਭ ਹਰ ਹਰ ਸੇਈ ਜਪਾਤ, ਇਹ ਵੀ ਕਿਹਾ ਸੀ। ਜਿਨ੍ਹਾਂ ਤੇ ਵਾਹਿਗੁਰੂ ਕਿਰਪਾਲੂ ਹੋ ਜਾਂਦੇ ਉਹ ਹੀ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਨਾਮ ਉਹਦਾ। ਇਹ ਉਹਦੀ ਦਾਤ ਹੈ, ਉਹਦੀ ਬਖਸ਼ਿਸ਼ ਹੈ, ਮਤਾ ਕੋਈ ਹੰਕਾਰ ਕਰੇ। ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿਉ ਭੇਟ ਸਾਧ ਸੰਗਾਤ। ਪਰ ਇਹ ਕਿਹਾ ਵੀ ਸਾਧ ਸੰਗਤ ਦੇ ਬਲਬੂਤੇ ਮਿਲਾਪ ਉਹਨਾਂ ਦੀ ਰਾਮ ਦੇ ਨਾਲ ਇੱਕ ਦੇ ਨਾਲ ਪ੍ਰੀਤ ਲੱਗ ਜਾਂਦੀ ਹੈ। ਕਿਰਪਾ ਕਰੋ ਮਦ ਸੂਦਨ ਮਾਧੋ, ਮਹਾਰਾਜ ਕਿਰਪਾ ਕਰੋ। ਇਹ ਕਿਰਪਾ ਮੰਗਣੀ, ਅਰਦਾਸ ਕਰਨੀ। ਦਾਤ ਝੋਲੀ ਵਿੱਚ ਪਾਓ ਮਹਾਰਾਜ ਸੱਚੇ ਪਾਤਸ਼ਾਹ। ਮੈਂ ਖਿਨ ਖਿਨ ਸਾਧੂ ਚਰਨ ਪਖਈਆ, ਕਿ ਮੈਂ ਇਹ ਕਿਰਪਾ ਕਰੋ, ਇਹ ਦਾਤ ਮੰਗਦਾ। ਖਿਨ ਖਿਨ ਹਰੇਕ ਪਲ ਪਲ ਸਵਾਸ ਸਵਾਸ ਖਿਨ ਖਿਨ ਮਹਾਰਾਜ ਸੱਚੇ ਪਾਤਸ਼ਾਹ ਸਾਧੂ ਚਰਨ, ਸਤਿਗੁਰਾਂ ਦੇ ਚਰਨ ਧੋਵਾਂ। ਸਾਧੂ ਸਤਿਗੁਰਾਂ ਦੇ ਚਰਨ ਧੋਵਾਂ, ਗੁਰਮੁਖਾਂ ਦੇ ਸਾਧ ਸੰਗਤ ਦੇ ਚਰਨ ਧੋਵਾਂ। ਸੇਵਾ ਕਰਾਂ, ਚਵੱਚੇ ਦੀ ਸੇਵਾ ਕਰਾਂ ਜਿੱਥੇ ਸੰਗਤ ਚਰਨ ਧੋਂਦੀ ਹੈ। ਮਹਾਰਾਜ ਇਹ ਬਚਨ ਮਹਾਰਾਜ ਨੇ ਕਹੇ ਸੀ, ਸ਼ਰਧਾ ਦੇ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧੂ ਪਰ ਜਾਈਏ ਕੁਰਬਾਨ। ਸੋ ਖਿਨ ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਅਸੀਂ ਖਿਨ ਖਿਨ ਸਾਧ ਸੰਗਤ ਦੇ ਚਰਨ ਧੋਈਏ ਮਹਾਰਾਜ, ਸਾਧ ਸੰਗਤ ਦੇ ਅੱਗੇ ਨਿਵ ਕੇ ਰਹੀਏ, ਤਾਂ ਇਹ ਫਲ ਲੱਗੇਗਾ, ਤਾਂ ਇਹ ਗੁਣ ਆਉਣਗੇ, ਅੰਦਰ ਦੀ ਅਵਸਥਾ ਬਣ ਜਾਵੇਗੀ, ਗਿਆਨ ਹੋ ਜਾਵੇਗਾ, ਸਹਿਜ ਯੋਗ ਆ ਜਾਵੇਗਾ ਹਿਰਦੇ ਰੂਪੀ ਝੋਲੀ ਵਿੱਚ। ਬਾਹਰਲੇ ਯੋਗ ਦੀ ਫਿਰ ਇਹ ਲੋੜ ਨਹੀਂ ਰਹਿ ਜਾਂਦੀ। ਮਹਾਰਾਜ ਕਹਿੰਦੇ ਯੋਗ ਅਸੀਂ ਕਮਾ ਰਹੇ ਯੋਗੀ ਨੂੰ, ਜਿਵੇਂ ਨਿਹਾਲ ਕਰ ਰਹੇ ਹਨ ਗੁਰੂ ਰਾਮਦਾਸ ਜੀ ਅਸ਼ਟਪਦੀ ਰਾਹੀਂ। ਬਾਕੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ। ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰੋ ਮਦ ਸੂਦਨ ਮਾਧੋ। ਮੈਂ ਖਿਨ ਖਿਨ ਸਾਧੂ ਚਰਨ ਪਖਈਆ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦ ਭਇਆ। ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆ। ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਤਹਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ।
ਆਨੰਦ ਸੁਣਹੁ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਬਾਰਕ ਤੇਰੇ ਤੁਮਰੀ ਕਿਰਪਾ, ਮੈਂ ਸੁਖ ਕਨੇਰੇ। ਤੁਮਰਾ ਅੰਤ ਚੇਤੇ, ਊਚਾ ਭਗਵੰਤ। ਸੂਤਰ ਧਾਰੀ ਤੁਮ ਤੇ ਹੋਏ, ਸੁਆਗਿਆਕਾਰੀ। ਤੁਮ ਹੀ ਜਾਨੀ ਨਾਨਕ ਦਾਸ, ਸਦਾ ਕੁਰਬਾਨੀ।
ਅਵੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਲੇ ਆਕੀ ਰਹਿ ਨ ਕੋਏ ਬਚੇ ਸਰਨ ਜੋ ਹੋਏ ਚੜੇ ਸੇ ਉਤਰੇ ਪਾਰ ਗੁਰ ਪਾਰ ਉਤਾਰਨ ਹਾਰ ਕਲਗੀ ਸੋ ਹੈ ਸੀਸ ਗੁਰ ਕਲਗੀ ਧਾਰ ਜਗਦੀਸ਼ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਧੰਨ ਸੁਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੋ ਦਿਵਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ ਕੁਰਬਾਨ ਜਾਈ ਸੁਵੇਲਾ ਸੁਹਾਵੀ ਜਿਤ ਤੁਮਰੈ ਦੁਆਰੈ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ। ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੂਦੈ ਕਉ ਜਾਵਹੁ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ। ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੂਦੈ ਕਉ ਜਾਵਹੁ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ। ਜਪਹੁ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ। ਏ ਮਨ ਈਂਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨ ਆਵੈ। ਰਸਨਾ ਨਾਮ ਜਪਹੁ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵਹੁ। ਮਨ ਸੰਪਟ ਜਿਤ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹੈ। ਕਹਿੰਦੇ ਕਹਿ ਕਹੇ ਕਹਿ ਜਾਵਹਿ ਤੁਮ ਸਰ ਅਵਰ ਨ ਕੋਈ। ਭਗਤਹੀਣ ਨਾਨਕ ਜਨ ਜੰਪੈ ਹਉ ਸਲਾਹੀ ਸੱਚਾ ਸੋਈ। ਕਹਿੰਦੇ ਕਹਿ ਕਹੇ ਕਹਿ ਜਾਵਹਿ ਤੁਮ ਸਰ ਅਵਰ ਨ ਕੋਈ। ਭਗਤਹੀਣ ਨਾਨਕ ਜਨ ਜੰਪੈ ਹਉ ਸਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।